ਉਹਦੇ ਪਿੰਡੇ ਦਾ ਰੰਗ ਭੂਰਾ ਸੀ। ਥਣ ਅਸਲੋਂ ਕਾਲੇ ਨਹੀਂ ਸਨ, ਪਰ ਕਾਲੀ ਭਾ ਮਾਰਦੇ ਸਨ। ਕਪਿਲਾ ਨੇ ਜਿੰਨੀ ਵਾਰ ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਉੱਤੇ ਭਾਰ ਪਾ ਕੇ ਉੱਠਣ ਦੀ ਕੋਸ਼ਿਸ਼ ਕੀਤੀ, ਓਨੀ ਵਾਰ ਹੀ ਉਹ ਜ਼ੋਰ ਦੀ ਅੜਿੰਗ ਕੇ ਜ਼ਮੀਨ ਉੱਪਰ ਹੀ ਡਿੱਗ ਪਈ। ਹੁਣ ਉਹਦੇ ਵਿੱਚ ਹੋਰ ਆਗਸ ਨਹੀਂ ਸੀ। ਹੌਂਕਦੀ ਜਿਹੀ ਨੇ ਘਾਹ ਦੀ ਸਿੱਲ ਨੂੰ ਚੱਟਣ ਲਈ ਜੀਭ ਕੱਢੀ, ਪਰ ਘਾਹ ਵਿੱਚੋਂ ਪਾਣੀ ਦੀ ਤਰਾਵਟ ਦੀ ਥਾਂ ਗਰਮ ਤੇ ਲੂਣਾ ਲਹੂ ਉਹਦੀ ਜੀਭ ਨੂੰ ਛੋਇਆ। ਉਹਨੇ ਰਾਤ ਨੂੰ ਆਪਣੇ ਨਾਲ ਘਾਹ ਚਾਰਨ ਆਈਆਂ ਬਾਕੀ ਦੀਆਂ 9 ਡੱਬ ਖੜੱਬੀਆਂ ਗਊਆਂ ਨੂੰ ਆਪਣੀਆਂ ਪਥਰਾਂਦੀਆਂ ਅੱਖਾਂ ਨਾਲ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਦੁਆਲੇ ਸਿਰਫ ਮਾਸ ਦੇ ਵੱਡੇ ਵੱਡੇ ਢੇਰ ਪਏ ਹੋਏ ਸਨ। ਕਿਸੇ ਗਊ ਦੀਆਂ ਸਿਰਫ ਟੰਗਾਂ, ਕਿਸੇ ਦਾ ਸਿਰ, ਬਾਕੀ ਮਾਸ ਦੇ ਵੱਡੇ ਵੱਡੇ ਟੁਕੜੇ। ਉਹਨੂੰ ਦੂਰੋਂ, ਬਹੁਤ ਦੂਰੋਂ ਕੁਝ ਆਵਾਜ਼ਾਂ ਆਈਆਂ। ਇੱਕ ਆਵਾਜ਼ ਸੀ, ਫੌਜੀਆਂ ਦੀ ਛਾਉਣੀ ਵਿੱਚ ਇਸੇ ਤਰ੍ਹਾਂ ਗਊਆਂ ਮਾਰੀਆਂ ਜਾਂਦੀਆਂ ਹਨ, ਅੱਜ ਅਸਾਂ ਅੱਖੀਂ ਵੇਖ ਲਿਆ ਹੈ। ਇੱਕ ਹੋਰ ਸ਼ੂਕ ਦੀ ਆਵਾਜ਼ ਆਈ, ਗਊ ਮਾਤਾ ਉੱਤੇ ਇਹ ਜ਼ੁਲਮ, ਇਹ ਗਊ ਹੱਤਿਆ ਕਰਨ ਵਾਲੇ ਪਾਪੀ। ਹੋਰ ਚੀਖ ਦੀ ਆਵਾਜ਼ ਆਈ, ਜਿਸ ਦੇਸ਼ ਵਿੱਚ ਇਸ ਤਰ੍ਹਾਂ ਪਾਪ ਹੁੰਦਾ ਹੈ, ਜਿੱਥੇ ਕੋਈ ਧਰਮ ਕਰਮ ਨਹੀਂ ਰਿਹਾ, ਉਸ ਦੇਸ਼ ਦਾ ਬੇੜਾ ਗਊ ਮਾਤਾ ਦੇ ਖੂਨ ਨਾਲ ਡੁੱਬ ਜਾਏਗਾ। ਫਿਰ ਪਤਾ ਨਹੀਂ 50 ਕਿ 100 ਆਵਾਜ਼ਾਂ ਸਨ, ਜਿਨ੍ਹਾਂ ਨੇ ਚੜ੍ਹਦੇ ਸੂਰਜ ਦੀ ਰੋਸ਼ਨੀ ਉੱਤੇ ਜਿਵੇਂ ਹਮਲਾ ਕਰ ਦਿੱਤਾ ਹੋਵੇ। ਆਵਾਜ਼ਾਂ ਨੇੜੇ ਵੀ ਹੋਈਆਂ, ਦੂਰ ਵੀ, ਤੇ ਫਿਰ ਇੱਕ ਚੁੱਪ ਛਾ ਗਈ। ਕਪਿਲਾ ਦਾ ਪਿੰਡਾ ਸੁੰਨ ਵਿੱਚ ਡੁੱਬਦਾ ਜਾਂਦਾ ਸੀ ਤੇ ਖੁਰ ਉਹਦੇ ਦੁਆਲੇ ਵਗ ਰਹੇ ਲਹੂ ਵਿੱਚ। ਫਿਰ ਉਹਨੂੰ ਜਾਪਿਆ ਜਿਵੇਂ ਕੁਝ ਲੋਕ ਫੌਜੀ ਵਰਦੀਆਂ ਵਿੱਚ ਉਹਨਾਂ ਦੇ ਦੁਆਲੇ ਘੁੰਮ ਰਹੇ ਸਨ। ਉਹ ਲੋਕ ਜਿੱਧਰ ਨੂੰ ਵੇਖ ਰਹੇ ਸਨ, ਕਪਿਲਾ ਨੇ ਵੀ ਪੱਥਰਾਂ ਦੀਆਂ ਅੱਖਾਂ ਨਾਲ ਉੱਧਰ ਵੇਖਿਆ। ਪਰਾਂ ਦੂਰ ਇੱਕ ਹਵਾਈ ਜਹਾਜ਼ ਪਿਆ ਹੋਇਆ ਸੀ। ਇੱਕ ਕੋਈ ਆਖ ਰਿਹਾ ਸੀ, ਸਰ, ਮੇਰੀ ਦੂਸਰੀ ਡਾਰਕ ਨਾਈਟ ਫਲਾਈਂਗ ਐਕਸਰਸਾਈਜ਼ ਸੀ, ਬਿਨਾਂ ਲੈਂਡਿੰਗ ਲਾਈਟਸ ਦੇ ਟੇਕ ਆਫ ਕਰਨ ਦੀ ਬਰੀਫਿੰਗ ਸੀ। ਫਿਰ ਕਿਸੇ ਨੇ ਪੁੱਛਿਆ। ਉਹ ਕਹਿ ਰਿਹਾ ਸੀ, ਸਰ, ਮੈਂ ਜਹਾਜ਼ ਨੂੰ ਰਨਵੇ ਨੰਬਰ 15 ਤੇ ਲਾਈਨ ਅਪ ਕਰ ਲਿਆ, ਬ੍ਰੇਕਾਂ ਤੇ 6000 RPM ਤੱਕ ਪਾਵਰ ਖੋਲੀ ਤੇ ਬ੍ਰੇਕਾਂ ਛੱਡ ਦਿੱਤੀਆਂ ਤੇ ਇੰਜਣ ਪਾਵਰ ਟੇਕ ਆਫ RPM ਤੱਕ ਖੋਲ ਦਿੱਤੀ। ਬਾਹਰ ਵੇਖਿਆ ਤਾਂ ਰਨਵੇ ਲਾਈਟਸ ਤੋਂ ਬਿਨਾਂ ਕੁਝ ਨਹੀਂ ਦਿਸ ਰਿਹਾ ਸੀ। ਫਿਰ ਕਿਸੇ ਨੇ ਪੁੱਛਿਆ। ਉਹ ਦੱਸ ਰਿਹਾ ਸੀ, ਸਰ, ਹਵਾਈ ਜਹਾਜ਼ ਰੋਲ ਕਰਦਾ ਗਿਆ, ਸਪੀਡ ਵੱਧਦੀ ਗਈ, ਮਿਡਲ ਮਾਰਕਸ ਤੇ ਸਪੀਡ 135 ਨੋਟਸ ਤੇ ਪਹੁੰਚ ਗਈ। ਮੈਂ ਕੰਟਰੋਲ ਸਟਿਕ ਨੂੰ ਆਪਣੇ ਵੱਲ ਖਿੱਚਿਆ। ਮੈਂ ਉਸ ਵੇਲੇ ਇੰਸਟਰੂਮੈਂਟ ਵੱਲ ਵੇਖਿਆ ਸੀ। ਹਵਾਈ ਜਹਾਜ਼ ਦਾ ਨੋਜ਼ ਵੀਲ ਉੱਪਰ ਉੱਠਿਆ। ਅਚਾਨਕ ਬਹੁਤ ਜ਼ੋਰ ਦੀ ਝਟਕੇ ਮਹਿਸੂਸ ਹੋਏ। ਮੈਂ ਇੱਕਦਮ ਇੰਜਣ ਬੰਦ ਕਰ ਦਿੱਤੇ ਤੇ ਬ੍ਰੇਕਾਂ ਲਾ ਦਿੱਤੀਆਂ, ਸਰ। ਇਸੇ ਤਰ੍ਹਾਂ ਲੱਗਾ ਜਿਵੇਂ ਕੋਈ ਹਵਾਈ ਜਹਾਜ਼ ਨੂੰ ਜ਼ੋਰ-ਜ਼ੋਰ ਦੀ ਹਲੂਣ ਰਿਹਾ ਹੋਵੇ। ਮੈਨੂੰ ਖਿਆਲ ਆਇਆ ਕਿ ਸ਼ਾਇਦ ਹਵਾਈ ਜਹਾਜ਼ ਦਾ ਟਾਇਰ ਫਟ ਗਿਆ ਹੈ ਤੇ ਉਹ ਰਨਵੇ ਤੋਂ ਇੱਕ ਪਾਸੇ ਦਰੱਖਤਾਂ ਵੱਲ ਜਾ ਰਿਹਾ ਸੀ, ਪਰ ਮੈਂ ਰਨਵੇ ਦੀਆਂ ਲਾਈਟਾਂ ਦੋਵੇਂ ਪਾਸੇ ਵੇਖ ਰਿਹਾ ਸੀ। ਇੰਨੇ ਵਿੱਚ ਜਹਾਜ਼ ਦਾ ਸੱਜਾ ਪਹੀਆ ਟੁੱਟ ਗਿਆ ਤੇ ਜਹਾਜ਼ ਇੱਕਦਮ ਸੱਜੇ ਪਾਸੇ ਮੁੜ ਕੇ ਥੱਲੇ ਉਤਰ ਗਿਆ। ਜਹਾਜ਼ ਦੇ ਦੁਆਲੇ ਰਗੜਾਂਕਾਰ ਚੰਗਿਆੜੀਆਂ ਨਿਕਲ ਰਹੀਆਂ ਸਨ। ਕੋਈ ਪੁੱਛ ਰਿਹਾ ਸੀ, ਉਸ ਵੇਲੇ ਨੈਵੀਗੇਟਰ ਕਿੱਥੇ ਸੀ? ਤੇ ਕੋਈ ਦੱਸ ਰਿਹਾ ਸੀ, ਸਰ, ਮੈਂ ਇਸ ਦਾ ਨੈਵੀਗੇਟਰ ਹਾਂ। ਟੇਕ ਆਫ ਵੇਲੇ ਮੈਂ ਕ੍ਰੈਸ਼ ਸੀਟ ਤੇ ਬੈਠਾ ਸੀ। ਜਹਾਜ਼ ਰੁਕ ਗਿਆ ਸੀ ਤਾਂ ਮੈਂ ਐਂਟਰਸ ਡੋਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਡੋਰ ਜੈਮ ਹੋ ਚੁੱਕਾ ਸੀ। ਫਿਰ ਮੈਂ ਵੇਖਿਆ ਕਿ ਜਹਾਜ਼ ਦਾ ਨੋਜ਼ ਸੈਕਸ਼ਨ ਟੁੱਟ ਚੁੱਕਾ ਸੀ। ਉੱਥੇ ਇੱਕ ਮੁਗਾਰ ਹੋ ਗਿਆ ਸੀ। ਮੈਂ ਉਸੇ ਮੁਗਾਰ ਵਿੱਚੋਂ ਬਾਹਰ ਨਿਕਲਿਆ। ਕੋਈ ਪਾਇਲਟ ਨੂੰ ਪੁੱਛ ਰਿਹਾ ਸੀ, ਤੂੰ ਬਾਹਰ ਕਿਸ ਤਰ੍ਹਾਂ ਨਿਕਲਿਆ? ਉਹ ਦੱਸ ਰਿਹਾ ਸੀ, ਸਰ, ਮੇਰੇ ਕੋਲੋਂ ਇੱਕੋ ਤਰੀਕਾ ਸੀ ਬਾਹਰ ਨਿਕਲਣ ਲਈ। ਮੇਰੇ ਕੋਲ ਇੱਕੋ ਹੀ ਤਰੀਕਾ ਸੀ ਬਾਹਰ ਨਿਕਲਣ ਲਈ। ਕੈਨੋਪੀ ਨੂੰ ਖੋਲ੍ਹਣ ਲਈ ਮੈਂ ਬਟਨ ਦਬਾਇਆ। ਉਹ ਕੁਝ ਕੁ ਉਤਾਂਹ ਹੋਈ, ਪਰ ਫਿਰ ਆਪਣੀ ਥਾਂ ਤੇ ਆ ਗਈ। ਹਵਾਈ ਜਹਾਜ਼ ਖਲੋਤਾ ਸੀ, ਇਸ ਲਈ ਹੇਠਾਂ ਹਵਾ ਦਾ ਫਲੋ ਨਹੀਂ ਸੀ। ਮੈਂ ਜਹਾਜ਼ ਵਿੱਚ ਕੈਦ ਸਾਂ। ਹੱਥਾਂ ਨਾਲ ਮੈਂ ਕੈਨੋਪੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਚੁੱਕੀ ਨਹੀਂ ਗਈ। ਫਿਰ ਮੈਂ ਖਲੋ ਕੇ ਸਿਰ ਦੇ ਜ਼ੋਰ ਨਾਲ ਕੈਨੋਪੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਉਹ ਉਤਾਂਹ ਹੋਈ ਤੇ ਹੱਥਾਂ ਦੇ ਜ਼ੋਰ ਨਾਲ ਮੈਂ ਉਸ ਨੂੰ ਅਗਾਂਹ ਕਰਕੇ ਬਾਹਰ ਛਾਲ ਮਾਰ ਦਿੱਤੀ। ਬਾਹਰ ਆ ਕੇ ਅਸਾਂ ਵੇਖਿਆ ਕਿ ਹਵਾਈ ਜਹਾਜ਼ ਦੀ ਸੱਜੇ ਵਿੰਗ ਦੀ ਬਾਹਰਲਾ ਹਿੱਸਾ ਟੁੱਟ ਕੇ ਇੱਕ ਪਾਸੇ ਪਿਆ ਹੋਇਆ ਸੀ।
ਰਨਵੇ ਦੇ ਦੁਆਲੇ ਲਹੂ ਹੀ ਲਹੂ ਸੀ ਤੇ ਗਊਆਂ ਮਰੀਆਂ ਪਈਆਂ ਸਨ। ਸਾਨੂੰ ਡਰ ਸੀ ਕਿ ਜਹਾਜ਼ ਨੂੰ ਸ਼ਾਇਦ ਅੱਗ ਲੱਗ ਜਾਵੇਗੀ, ਇਸ ਲਈ ਅਸੀਂ ਦੌੜ ਕੇ ਦੂਰ ਆ ਕੇ ਖਲੋ ਗਏ। ਫਿਰ ਆਵਾਜ਼ ਆਈ, ਇਹ ਗਊਆਂ 에ਅਰਫੀਲਡ ਵਿੱਚ ਕਿੱਥੋਂ ਆਈਆਂ? ਕੋਈ ਆਖ ਰਿਹਾ ਸੀ, ਸਰ ਇਹ ਸਾਨੂੰ ਪਤਾ ਨਹੀਂ ਹੈ। ਕਪਿਲਾ ਦੀ ਜਾਨ ਹਿਸਦੀ ਪਈ ਸੀ ਪਰ ਅਜੇ ਨਿਕਲੀ ਨਹੀਂ ਸੀ। ਅੱਖਾਂ ਕਦੇ ਪਲਕ ਝਮਕਦੀਆਂ ਤੇ ਫਿਰ ਮੀਟੀਆਂ ਜਾਂਦੀਆਂ। ਚਾਨਣ ਹਨੇਰੇ ਵਿੱਚ ਵੱਟਦਾ ਪਿਆ ਸੀ। ਉਹਨੂੰ ਜਾਪਿਆ ਜਿਵੇਂ ਉਹਦੇ ਦੁਆਲੇ ਕਈ ਲੋਕ ਜਮ੍ਹਾਂ ਹੋ ਗਏ ਸਨ। ਕਈ ਆਵਾਜ਼ਾਂ ਉਹਦੇ ਕੰਨਾਂ ਵਿੱਚ ਪਈਆਂ ਤੇ ਕੋਈ ਪੁੱਛ ਰਿਹਾ ਸੀ, ਇਹਨਾਂ ਮੂਹੀਆਂ ਗਊਆਂ ਦੇ ਮਾਲਕ ਕੌਣ ਹਨ? ਕਪਿਲਾ ਨੂੰ ਜਾਪਿਆ ਤੇ ਫਿਰ ਚੁੱਪ ਛਾ ਗਈ। ਕੋਈ ਕੁਝ ਨਹੀਂ ਸੀ ਕਹਿ ਰਿਹਾ। ਫਿਰ ਇੱਕ ਆਵਾਜ਼ ਆਈ, ਤੁਸੀਂ ਜਿਨ੍ਹਾਂ ਦੀਆਂ ਗਊਆਂ ਹਨ ਆਪਣੇ ਨਾਂ ਲਿਖਾਓ, ਤੁਹਾਨੂੰ ਤੁਹਾਡੀਆਂ ਮੂਹੀਆਂ ਹੋਈਆਂ ਗਊਆਂ ਦਾ ਮੁਆਵਜ਼ਾ ਦਿੱਤਾ ਜਾਵੇਗਾ। ਫਿਰ ਬੜੀਆਂ ਸਾਰੀਆਂ ਆਵਾਜ਼ਾਂ ਆਈਆਂ। ਸਾਰੇ ਲੋਕ ਬਾਰੋ ਬਾਰੀ ਬੋਲ ਰਹੇ ਸਨ, ਇਹ ਗੋਰੀ ਗਾਂ ਮੇਰੀ ਹੈ ਹਜ਼ੂਰ, ਮੇਰਾ ਨਾਂ ਸ਼ੇਰਾ। ਇਹ ਤਿੰਨ ਥਣੀ ਮੇਰੀ ਹੈ, ਮੇਰਾ ਨਾਂ ਰੱਖਾ। ਇਹ ਲੰਡੀ ਗਾਂ ਮੇਰੀ ਹੈ। ਬੜੀਆਂ ਸਾਰੀਆਂ ਆਵਾਜ਼ਾਂ ਆ ਰਹੀਆਂ ਸਨ। ਫਿਰ ਅਫਸਰ ਬੋਲਿਆ, ਤੁਸੀਂ 20 ਨਾਂ ਲਿਖਵਾ ਦਿੱਤੇ ਹਨ ਪਰ ਗਊਆਂ ਸਿਰਫ 10 ਹਨ, ਤੁਸੀਂ ਸਾਰੇ ਝੂਠ ਬੋਲ ਰਹੇ ਹੋ। ਕਪਿਲਾ ਨੇ ਹੱਸਦੀਆਂ ਅੱਖਾਂ ਨੂੰ ਖੋਲ੍ਹ ਕੇ ਆਪਣੇ ਤੇ ਆਪਣੇ ਨਾਲ ਦੀਆਂ ਗਊਆਂ ਦੇ ਮਾਲਕਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ। ਕੁਝ ਮੂੰਹ ਪਛਾਣੇ ਹੋਏ ਵੀ ਲੱਗੇ ਪਰ ਕੁਝ ਬਿਲਕੁਲ ਓਪਰੇ ਸਨ। ਪਤਾ ਨਹੀਂ ਕਿੱਥੋਂ ਆ ਗਏ ਸਨ। ਕਪਿਲਾ ਨੇ ਆਪਣੇ ਮਾਲਕ ਮੋਹਣੇ ਦਾ ਮੂੰਹ ਪਛਾਣਿਆ। ਉਹਨੂੰ ਆਪਣੇ ਬੱਚੇ ਦੀ ਬੜੀ ਯਾਦ ਆਈ ਤੇ ਉਹਨੇ ਸੰਗ ਦੇ ਸਾਰੇ ਜ਼ੋਰ ਨਾਲ ਅੜੰਗ ਕੇ ਕੁਝ ਆਖਣਾ ਚਾਹਿਆ ਪਰ ਉਹਦੇ ਸੰਗ ਵਿੱਚੋਂ ਆਵਾਜ਼ ਨਾ ਨਿਕਲ ਸਕੀ। ਕੜਕਦੀ ਜਿਹੀ ਆਵਾਜ਼ ਆਖ ਰਹੀ ਸੀ, ਤੁਸੀਂ ਇਸ ਲਈ ਗਊਆਂ ਦੀ ਮਾਲਕੀ ਦੱਸ ਰਹੇ ਹੋ ਕਿ ਤੁਹਾਨੂੰ ਮੁਆਵਜ਼ਾ ਮਿਲੇਗਾ, ਪਰ ਤੁਸੀਂ ਮੋਹੀਆਂ ਗਊਆਂ ਦੇ ਝੂਠੇ ਮਾਲਕ ਹੋ। ਫਿਰ ਪਤਾ ਨਹੀਂ ਸਾਰੇ ਕਿੱਥੇ ਚਲੇ ਗਏ। ਸਾਰੀਆਂ ਆਵਾਜ਼ਾਂ ਇੱਕ ਹਨੇਰੇ ਵਿੱਚ ਡੁੱਬ ਗਈਆਂ। ਇਹ ਪਤਾ ਨਹੀਂ ਰਾਤ ਦਾ ਹਨੇਰਾ ਸੀ ਜਾਂ ਫਿਰ ਕਪਿਲਾ ਦੀਆਂ ਅੱਖਾਂ ਵਿੱਚ ਫੈਲਦਾ ਮੌਤ ਦਾ ਹਨੇਰਾ। ਪਤਾ ਨਹੀਂ ਕਦੋਂ ਕਿੰਨੇ ਚਿਰ ਪਿੱਛੋਂ ਫਿਰ ਕੁਝ ਆਵਾਜ਼ਾਂ ਆਈਆਂ, ਬੋਲ ਚੌਂਕੀਦਾਰ, ਇਹ ਗਊਆਂ 에ਅਰਫੀਲਡ ਵਿੱਚ ਕਿਸ ਤਰ੍ਹਾਂ ਆਈਆਂ? ਫਿਰ ਪਤਾ ਲੱਗਾ ਕਿ ਗਊਆਂ ਰੋਜ਼ ਇੱਥੇ ਰਾਤ ਨੂੰ ਚਰਨ ਵਾਸਤੇ ਆਉਂਦੀਆਂ ਸਨ। ਇਹਨਾਂ ਦੇ ਮਾਲਕ ਤੈਨੂੰ ਹਰ ਮਹੀਨੇ ਰਿਸ਼ਵਤ ਦਿੰਦੇ ਸਨ। ਤੇਰੇ ਉੱਤੇ ਰਿਸ਼ਵਤ ਦਾ ਕੇਸ ਹੋਵੇਗਾ। ਕਪਿਲਾ ਦੇ ਹੋਸ਼ ਹਵਾਸ ਮੁੱਕਦੇ ਪਏ ਸਨ। ਕੋਈ ਗੱਲ ਕੰਨਾਂ ਵਿੱਚ ਪੈਂਦੀ ਸੀ, ਕੋਈ ਨਹੀਂ। ਪਿੰਡੇ ਉੱਤੇ ਮੱਖੀਆਂ ਉਡਾਉਣ ਲਈ ਉਸਨੇ ਆਪਣੀ ਪੂਛ ਨੂੰ ਹਿਲਾਉਣਾ ਚਾਹਿਆ ਪਰ ਪੂਛ ਹਿੱਲੀ ਨਹੀਂ। ਫਿਰ ਇੱਕ ਆਵਾਜ਼ ਆਈ, ਉਹ ਸਾਰੇ ਸ਼ੇਰਾ ਰੱਖਾ ਤੇ 20 ਜਣੇ ਕਿੱਥੇ ਚਲੇ ਗਏ? ਹੁਣ ਕੋਈ ਕਿਸੇ ਗਊ ਦਾ ਮਾਲਕ ਨਹੀਂ ਬਣਦਾ ਸਿਰਫ ਇਸ ਲਈ ਕਿ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਡਾ 35 ਲੱਖ ਦਾ ਜੋ ਹਵਾਈ ਜਹਾਜ਼ ਤਬਾਹ ਹੋਇਆ ਹੈ ਉਹਦਾ ਹਰਜਾਨਾ ਗਊਆਂ ਦੇ ਮਾਲਕਾਂ ਤੋਂ ਵਸੂਲਣਾ ਪੈਣਾ ਹੈ। ਕਪਿਲਾ ਨੇ ਆਪਣੇ ਮਾਲਕ ਮੋਹਣੇ ਦਾ ਮੂੰਹ ਚਿਤਾਰਿਆ ਪਰ ਮੋਹਣਾ ਦੂਰ ਨੇੜੇ ਕਿਤੇ ਨਹੀਂ ਸੀ। ਕਪਿਲਾ ਨੂੰ ਯਾਦ ਆਇਆ ਕਿ ਇੱਕ ਵਾਰੀ ਮੋਹਣਾ ਬਿਮਾਰ ਪੈ ਗਿਆ ਸੀ, ਰਾਜੀ ਨਹੀਂ ਸੀ ਹੁੰਦਾ। ਤਾਂ ਇੱਕ ਸਿਆਣੇ ਨੇ ਉਹਨੂੰ ਆਖਿਆ ਸੀ ਕਿ ਮੰਗਲਵਾਰ ਵਾਲੇ ਦਿਨ ਉਹ ਆਟੇ ਦਾ ਪੇੜਾ ਆਪਣੀ ਗਊ ਨੂੰ ਆਪਣੇ ਹੱਥੀਂ ਖਵਾਇਆ ਕਰੇ। ਕਪਿਲਾ ਦੇ ਮੋਏ ਹੋਏ ਅੰਗਾਂ ਨੂੰ ਵੀ ਭੁੱਖ ਲੱਗ ਗਈ। ਆਟੇ ਦਾ ਪੇੜਾ? ਮੰਗਲਵਾਰ? ਕੀ ਅੱਜ ਮੰਗਲਵਾਰ ਨਹੀਂ? ਕੀ ਮੋਹਣਾ ਉਹਦਾ ਮਾਲਕ ਨਹੀਂ? ਕਪਿਲਾ ਦੇ ਪੱਥਰ ਹੁੰਦੇ ਜਾਂਦੇ ਸਰੀਰ ਨੂੰ ਇੱਕ ਹਿਲਦੀ ਜਿਹੀ ਚੀਜ਼ ਦਾ ਝੋਲਾ ਪਿਆ। ਕਪਿਲਾ ਨੂੰ ਲੱਗਾ ਸ਼ਾਇਦ ਮੋਹਣਾ ਆ ਗਿਆ ਹੈ। ਆਪਣੀ ਮਰਦੀ ਗਊ ਦੇ ਪਿੰਡੇ ਉੱਤੇ ਇੱਕ ਵਾਰੀ ਹੱਥ ਫੇਰਨ ਲਈ ਆ ਗਿਆ ਹੈ। ਫਿਰ ਕਪਿਲਾ ਨੇ ਫੈਲਦੀਆਂ ਜਿਹੀਆਂ ਅੱਖਾਂ ਨਾਲ ਪਛਾਣਨ ਦੀ ਕੋਸ਼ਿਸ਼ ਕੀਤੀ। ਉਹਦੇ ਪਿੰਡੇ ਉੱਤੇ ਕੁਝ ਛੂਹ ਰਿਹਾ ਸੀ, ਬਹੁਤ ਕੂੜਾ, ਨਿੱਘਾ, ਮੋਹਣੇ ਦੇ ਹੱਥਾਂ ਨਾਲੋਂ ਵੀ ਕੂੜਾ। ਤੇ ਕਪਿਲਾ ਨੇ ਅੱਖਾਂ ਵਿੱਚੋਂ ਡਿੱਗਦੇ ਪਾਣੀ ਦੀ ਆਖਰੀ ਬੂੰਦ ਨਾ ਪਛਾਣਿਆ। ਉਹ ਉਸ ਦਾ ਬੱਚਾ ਸੀ। ਉਹ ਬੱਚਾ ਪਤਾ ਨਹੀਂ ਕਿਵੇਂ ਉੱਥੇ ਆ ਗਿਆ ਸੀ ਤੇ ਆਪਣੀ ਜੀਭ ਨਾਲ ਮਰਦੀ ਮਾਂ ਦੇ ਪਿੰਡੇ ਨੂੰ ਚੱਟ ਰਿਹਾ ਸੀ।